ਹੈਲੋ ਫਰੈਂਡਸ, ਟਾਰਗੇਟ 100 ਸਟੱਡੀ ਗਰੁੱਪ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪਾਰਟਸ ਆਫ ਕਨਸਟੀਟਿਊਸ਼ਨ ਆਫ ਇੰਡੀਆ ਡਿਸਕਸ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ ਪਾਰਟਸ ਨੂੰ 1 ਬਾਏ 1 ਡਿਸਕਸ ਕਰਾਂਗੇ। ਟੋਟਲ ਨੇ ਜੀ 22 ਪਾਰਟਸ ਤੇ ਫਿਰ ਅਸੀਂ ਲਾਸਟ ਤੇ ਇਹਦੀ ਟ੍ਰਿਕ ਰਿਮੈਂਬਰ ਕਰਾਂਗੇ ਕਿ ਇਸ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ। ਪਹਿਲਾਂ ਅਸੀਂ 1 ਬਾਏ 1 ਲੈਬੋਰੇਟਿਵ ਮੈਥਡ ਨਾਲ ਇਹਨੂੰ ਡਿਸਕਸ ਕਰਾਂਗੇ। ਜੇ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਤੁਸੀਂ ਸਕਰੀਨ ਤੇ ਦਿੱਤੇ ਮੋਬਾਈਲ ਨੰਬਰ ਤੇ ਇਸ ਨੂੰ ਪਾ ਸਕਦੇ ਹੋ ਕਾਲ ਜਾਂ ਮੈਸੇਜ ਦੇ ਰਾਹੀਂ। ਸ਼ੁਰੂ ਕਰਦੇ ਹਾਂ ਫਰੈਂਡਸ। ਪਾਰਟ 1 ਡੀਲ ਕਰਦਾ ਜੀ ਯੂਨੀਅਨ ਐਂਡ ਇਟਸ ਟੈਰੀਟਰੀਜ਼। ਠੀਕ ਹੈ, ਇੰਡੀਆ ਕੀ ਹੈ ਕਿ ਟੂ ਆਰਟੀਕਲ 4 ਇਹਦੇ ਨਾਲ ਡੀਲ ਕਰਦੇ ਨੇ ਯੂਨੀਅਨ ਐਂਡ ਇਟਸ ਟੈਰੀਟਰੀਜ਼ ਦੇ ਨਾਲ। ਤਾਂ ਆਰਟੀਕਲ 1 ਦੇ ਵਿੱਚ ਕੀ ਲਿਖਿਆ ਹੋਇਆ ਹੈ? ਇੰਡੀਆ ਕੀ ਹੈ? ਯੂਨੀਅਨ ਆਫ ਦਾ ਸਟੇਟਸ। ਠੀਕ ਹੈ, ਦੈਟ ਇਜ਼ ਭਾਰਤ। ਇੰਡੀਆ ਨੂੰ ਇੱਕ ਹੋਰ ਕੀ ਨਾਮ ਦਿੱਤਾ ਗਿਆ? ਭਾਰਤ। ਜਦੋਂ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟਸ ਹੋ ਰਹੀਆਂ ਸੀ ਕਿ ਕੰਟਰੀ ਦਾ ਨਾਮ ਕੀ ਰੱਖਿਆ ਜਾਏਗਾ, ਤਾਂ ਉਦੋਂ ਕਈ ਲੋਕ ਇੰਡੀਆ ਦੇ ਹੱਕ 'ਚ ਸੀ ਤੇ ਕਈ ਜਿਹੜੇ ਸਾਡੇ ਮੈਂਬਰ ਸੀ ਉਹ ਭਾਰਤ ਦੇ ਹੱਕ ਸੀ। ਤਾਂ ਇਹ ਦੋਨੋਂ ਨਾਮ ਰੱਖੇ ਗਏ ਨੇ। ਇੰਡੀਆ ਦੈਟ ਇਜ਼ ਭਾਰਤ ਕਿਹਾ ਜਾਂਦਾ ਹੈ। ਤਾਂ ਇੰਡੀਆ ਇੱਕ ਹੋਰ ਇੱਥੇ ਇੰਪੋਰਟੈਂਟ ਚੀਜ਼ ਹੈ, ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਇੱਕ ਹੁੰਦਾ ਜੀ ਫੈਡਰੇਸ਼ਨ ਆਫ ਸਟੇਟਸ, ਜਿਵੇਂ USA ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਉਹ ਫੈਡਰੇਸ਼ਨ ਹੈ। ਉੱਥੇ ਕੀ ਹੈ? ਸਟੇਟਸ ਤੇ ਯੂਨੀਅਨ ਦਾ ਆਪਸ 'ਚ ਐਗਰੀਮੈਂਟ ਹੈ, ਉਹਨਾਂ 'ਚ ਕੰਟਰੈਕਟ ਹੋਇਆ ਹੋਇਆ ਹੈ। ਉਹ ਕਿਸੇ ਨਾ ਕਿਸੇ ਤਰੀਕੇ ਸਟੇਟਸ ਨੇ ਉਹ ਬਾਉਂਡ ਨਹੀਂ ਹੈਗੀਆਂ ਕਿ ਉਹ ਰਹਿਣਗੀਆਂ ਹੀ ਕੰਟਰੀ ਦੇ ਵਿੱਚ। ਠੀਕ ਹੈ, ਬਟ ਇੰਡੀਆ ਦੇ ਵਿੱਚ ਕੀ ਹੈ? ਇੰਡੀਆ ਯੂਨੀਅਨ ਹੈ, ਚਾਹ ਕੇ ਵੀ ਉਹ ਆਪਣੇ ਆਪ ਨੂੰ ਸੈਕੀਡ ਨਹੀਂ ਕਰ ਸਕਦੀਆਂ। ਠੀਕ ਹੈ, ਤਾਂ ਜਿਹੜੀਆਂ ਸਟੇਟਸ ਨੇ ਕਿਸੇ ਵੀ ਰੈਫਰੈਂਡਮ ਰਾਹੀਂ ਜਾਂ ਹੋਰ ਆਪਾਂ ਕਹਿ ਲਈਏ ਵੀ ਉਹ ਅਲੱਗ ਹੋ ਜਾਣਗੀਆਂ, ਨੋ ਇਟਸ ਨਾਟ ਪੋਸੀਬਲ ਅਕੋਰਡਿੰਗ ਟੂ ਕੌਂਸਟੀਟਿਊਸ਼ਨ। ਸੋ ਇੰਡੀਆ ਯੂਨੀਅਨ ਆਫ ਦਾ ਸਟੇਟਸ। ਤਾਂ ਯੂਨੀਅਨ ਤੇ ਇਹਦੀਆਂ ਟੈਰੀਟਰੀਜ਼ ਕਿਸ ਤਰ੍ਹਾਂ ਹੋਣਗੀਆਂ, ਉਹ ਸਾਰੀਆਂ ਪਾਰਟ 1 ਦੇ ਵਿੱਚ ਨੇਗੀਆਂ। ਨੈਕਸਟ ਹੈ ਜੀ ਪਾਰਟ 2 ਡੀਲ ਕਰਦਾ ਹੈ ਸਿਟੀਜ਼ਨਸ਼ਿਪ, ਸਾਡੀ ਨਾਗਰਿਕਤਾ। ਸਾਡੇ ਕੰਟਰੀ ਦੀ ਨਾਗਰਿਕਤਾ ਕਿਸ ਤਰ੍ਹਾਂ ਲਈ ਜਾ ਸਕਦੀ ਹੈ, ਕਿਸ ਤਰ੍ਹਾਂ ਤਿਆਗੀ ਜਾ ਸਕਦੀ ਹੈ, ਉਹ ਸਾਰੇ ਆਰਟੀਕਲ 5 to 11 ਦੇ ਵਿੱਚ ਡਿਸਕਸ ਕੀਤੇ ਗਏ ਨੇ। ਇਹ ਅਸੀਂ ਇੱਕ ਸੈਪਰੇਟ ਵੀਡੀਓ ਸਿਟੀਜ਼ਨਸ਼ਿਪ 'ਤੇ ਲੈ ਕੇ ਆਵਾਂਗੇ। ਪਰ ਸਿਟੀਜ਼ਨਸ਼ਿਪ ਬੇਸਿਕਲੀ ਕਿਸ ਤਰ੍ਹਾਂ ਲਈ ਜਾ ਸਕਦੀ ਹੈ? ਬਾਏ ਬਰਥ, ਬਾਏ ਡੀਸੈਂਟ, ਬਾਏ ਨੈਚੁਰਲਾਈਜੇਸ਼ਨ, ਬਾਏ ਰਜਿਸਟ੍ਰੇਸ਼ਨ। ਅਤੇ ਉਹਨੂੰ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ? ਬਾਏ ਰਨਾਂਸੀਏਸ਼ਨ, ਬਾਏ ਡੈਪਰੀਵੇਸ਼ਨ, ਬਾਏ ਟਰਮੀਨੇਸ਼ਨ। ਤਾਂ ਉਹ ਇੱਕ ਅਸੀਂ ਡਿਟੇਲ 'ਚ ਇੱਕ ਅਲੱਗ ਵੀਡੀਓ ਲੈ ਕੇ ਆਵਾਂਗੇ। ਤਾਂ ਪਾਰਟ 2 ਡਿਸਕਸ ਕਰਦਾ ਹੈ ਸਿਟੀਜ਼ਨਸ਼ਿਪ ਦੇ ਨਾਲ। ਪਾਰਟ 3 ਨੈਕਸਟ ਹੈ ਜੀ ਪਾਰਟ 3 ਸਾਡੇ ਫੰਡਾਮੈਂਟਲ ਰਾਈਟਸ, ਸਾਡੇ ਬੇਸਿਕ ਅਧਿਕਾਰ ਕੀ ਨੇ। ਠੀਕ ਹੈ, ਸਾਡੇ ਟੋਟਲ ਫੰਡਾਮੈਂਟਲ ਰਾਈਟਸ ਹੁਣ ਨੇ 6, ਪਰ ਜਦੋਂ ਓਰੀਜਨਲੀ ਕੌਂਸਟੀਟਿਊਸ਼ਨ ਬਣਾਇਆ ਗਿਆ ਸੀ ਉਦੋਂ ਕਿੰਨੇ ਸੀ ਜੀ? 7। ਪਰ ਬਾਅਦ 'ਚ ਜਿਹੜਾ 44th ਅਮੈਂਡਮੈਂਟ 1978 ਹੋਈ ਸੀ, ਉਹਦੇ ਰਾਹੀਂ ਜਿਹੜਾ ਸਾਡਾ ਰਾਈਟ ਟੂ ਪ੍ਰੋਪਰਟੀ ਸੀ, 7th ਕੌਂਸਟੀਟਿਊਸ਼ਨਲ ਰਾਈਟ ਸੀ ਸਾਡਾ, ਉਹਨੂੰ ਰਿਪੀਲ ਕਰ ਦਿੱਤਾ ਗਿਆ ਸੀ। ਆਰਟੀਕਲ 31 ਸੀ। ਠੀਕ ਹੈ, ਉਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ ਆਰਟੀਕਲ 300A ਦੇ ਵਿੱਚ। ਤਾਂ ਹੁਣ ਟੋਟਲ 6 ਫੰਡਾਮੈਂਟਲ ਰਾਈਟਸ ਨੇ। ਇਹਦੇ ਨਾਲ ਡੀਲ ਕਰਦੇ ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ। ਨੈਕਸਟ ਹੈ ਜੀ ਪਾਰਟ 4 ਡੀਲ ਕਰਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਇਹ ਹੈ ਆਰਟੀਕਲ 36 to 51। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕੀ ਹੈ? ਇਹ ਹੈ ਮੋਰਲ ਡਿਊਟੀਜ਼ ਆਫ ਏ ਨੇਸ਼ਨ। ਇੱਕ ਸਟੇਟ ਦੀ ਇੱਕ ਮੋਰਲ ਡਿਊਟੀਜ਼ ਹੋਣਗੀਆਂ ਆਪਣੇ ਲੋਕਾਂ ਪ੍ਰਤੀ, ਜਿਵੇਂ ਇਕੁਅਲ ਪੇ ਫॉर ਇਕੁਅਲ ਵਰਕ, ਇਕੁਅਲ ਸਟੇਟਸ ਫॉर ਦਾ ਵੀਮੈਨ, ਇੰਡਸਟਰੀਅਲ ਲੇਬਰਰਸ ਦੇ ਲਈ ਕਾਨੂੰਨ ਹੋਣਗੇ, ਫੋਰੈਸਟ ਲਈ ਕਾਨੂੰਨ ਹੋਣਗੇ, ਮੋਨੂਮੈਂਟਸ ਲਈ ਹੋਣਗੇ, ਪੀਸ ਅਮੰਗ ਦਾ ਕੰਟਰੀਜ਼। ਤਾਂ ਇਹ ਸਾਰੀਆਂ ਜਿਹੜੇ ਉਹਨਾਂ ਦੀਆਂ ਮੋਰਲ ਓਬਲੀਗੇਸ਼ਨਸ ਹੋਣਗੀਆਂ ਸਟੇਟ ਦੀਆਂ, ਉਹਨਾਂ ਨੂੰ ਕਿਹਾ ਗਿਆ ਸੀ ਡਾਇਰੈਕਟਿਵ ਪ੍ਰਿੰਸੀਪਲਸ। ਇਹ ਅਸੀਂ ਕਿੱਥੋਂ ਲਿਆ ਸੀ? ਇਹਦੇ ਬਾਰੇ ਅਸੀਂ ਇੱਕ ਵੀਡੀਓ ਬਣਾਈ ਸੀਗੀ, ਤਾਂ ਉਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਕਿ ਇਹ ਸੋਰਸ ਕੀ ਹੈ ਡਾਇਰੈਕਟਿਵ ਪ੍ਰਿੰਸੀਪਲਸ ਦਾ। ਤਾਂ ਇਹ ਆਰਟੀਕਲ 36 to 51 ਡੀਲ ਕਰਦੇ ਆ ਜੀ। ਪਾਰਟ 4 ਨੈਕਸਟ ਪਾਰਟ 4A, ਇਹ ਨੇ ਜੀ ਸਾਡੀਆਂ ਫੰਡਾਮੈਂਟਲ ਡਿਊਟੀਜ਼। ਆਰਟੀਕਲ 51A ਦੇ ਨਾਲ ਇਹ ਐਡ ਕੀਤੀਆਂ ਗਈਆਂ। ਓਰੀਜਨਲੀ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨਹੀਂ ਹੈਗੀਆਂ ਸੀ, ਪਰ ਲੇਟਰ ਔਨ ਸਵਰਨ ਸਿੰਘ ਕਮੇਟੀ ਨੇ ਇਹ ਰეკਮੈਂਡ ਕੀਤਾ ਕਿ ਕੁਛ ਰਾਈਟਸ ਦੇ ਨਾਲ ਡਿਊਟੀਜ਼ ਵੀ ਬਣਦੀਆਂ ਨੇ। ਤਾਂ 42nd ਅਮੈਂਡਮੈਂਟ 1976 ਨਾਲ ਓਰੀਜਨਲੀ 10 ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਸੀ ਉਹ ਐਡ ਕੀਤੀਆਂ ਗਈਆਂ, ਪਰ ਇੱਕ 11th ਫੰਡਾਮੈਂਟਲ ਡਿਊਟੀ ਆ ਉਹ 2002 ਦੇ ਵਿੱਚ 86th ਅਮੈਂਡਮੈਂਟ ਦੇ ਨਾਲ ਐਡ ਕੀਤੀ ਗਈ ਸੀ। ਜਿਹੜੀ ਡਿਊਟੀ ਕੀ ਸੀ ਕਿ ਆਪਣੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ 6 to 14 ਜੋ ਏਜ ਦੇ ਵਿੱਚ ਆ ਉਹ ਬੇਸਿਕ ਐਜੂਕੇਸ਼ਨ ਦਿਵਾਉਣੀ ਹੈ। ਤਾਂ ਹੁਣ ਟੋਟਲ ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਨੇ ਸਾਡੀਆਂ? 11। ਪਾਰਟ 4A ਨੈਕਸਟ ਹੈ ਜੀ ਪਾਰਟ 5। ਇਹ ਡੀਲ ਕਰਦੇ ਆਰਟੀਕਲ 52 to 151।
ਇਹ ਕਾਹਦੇ ਬਾਰੇ ਹੈ ਜੀ? ਦਾ ਯੂਨੀਅਨ ਗਵਰਨਮੈਂਟ ਦੇ ਬਾਰੇ। ਤਾਂ ਇਹਦੇ 'ਚ ਸਾਰੇ ਸਾਡੇ ਪ੍ਰੈਜ਼ੀਡੈਂਟ, ਸਾਡੇ ਵਾਈਸ ਪ੍ਰੈਜ਼ੀਡੈਂਟ, ਸਾਡੇ ਕੈਬਨਿਟ ਮਿਨਿਸਟਰਸ, ਸਾਡੀ ਪਾਰਲੀਮੈਂਟ, ਸਾਡੇ ਜੋ ਕੰਟਰੋਲਰ ਐਂਡ ਆਡੀਟਰ ਜਨਰਲ ਹੈ, ਸਾਡੀ ਸੁਪਰੀਮ ਕੋਰਟ ਹੈ, ਉਹ ਸਾਰਾ ਯੂਨੀਅਨ ਗਵਰਨਮੈਂਟ ਦੇ ਅੰਡਰ ਆ ਜਾਂਦਾ ਹੈ। ਮਤਲਬ ਯੂਨੀਅਨ ਗਵਰਨਮੈਂਟ ਦੇ ਇਹ ਪਾਰਟ ਦੇ ਵਿੱਚ ਆ ਜਾਂਦਾ ਹੈ। ਆਰਟੀਕਲ 52 to 151 ਇਹ 1 by 1 ਅਸੀਂ ਅਲੱਗ ਵੀਡੀਓਜ਼ ਲੈ ਕੇ ਆਵਾਂਗੇ। ਅੱਜ ਸਿਰਫ ਅਸੀਂ ਪਾਰਟਸ ਡਿਸਕਸ ਕਰਨ ਜਾ ਰਹੇ ਹਾਂ। ਨੈਕਸਟ ਹੈ ਜੀ ਪਾਰਟ 6। ਪਾਰਟ 6 ਕਿਹਦੇ ਨਾਲ ਡੀਲ ਕਰਦਾ? ਸਟੇਟਸ ਦੇ ਨਾਲ। ਜਿਸ ਤਰ੍ਹਾਂ ਯੂਨੀਅਨ ਦੇ ਵਿੱਚ ਪ੍ਰੈਜ਼ੀਡੈਂਟ ਹੁੰਦੇ ਨੇ ਤਾਂ ਸਟੇਟ ਦੇ ਵਿੱਚ ਗਵਰਨਰ ਹੁੰਦਾ ਹੈ। ਇਸੇ ਤਰ੍ਹਾਂ ਸਟੇਟ ਮਿਨਿਸਟਰਸ ਹੁੰਦੇ ਨੇ, ਸੀਐਮ ਹੁੰਦੇ ਨੇ, ਹਾਈ ਕੋਰਟਸ ਹੁੰਦੀਆਂ ਨੇ, ਠੀਕ ਹੈ। ਤਾਂ ਸਟੇਟਸ ਦੇ ਨਾਲ ਆਰਟੀਕਲ 152 to 237 ਡੀਲ ਕਰਦਾ ਹੈ। ਇਹ ਹੈ ਜੀ ਪਾਰਟ 6। ਪਾਰਟ 7 ਜੋ ਕਿ ਕਲਾਸ B ਸਟੇਟਸ ਦੇ ਨਾਲ ਡੀਲ ਕਰਦਾ ਸੀ, ਬਾਅਦ 'ਚ ਇਹਨੂੰ 7th ਕੌਂਸਟੀਟਿਊਸ਼ਨਲ ਅਮੈਂਡਮੈਂਟ 1956 ਰਾਹੀਂ, ਜਿਹਦੇ ਰਾਹੀਂ ਸਟੇਟ ਰੀਆਰਗਨਾਈਜੇਸ਼ਨ ਐਕਟ ਅਨੈਕਟ ਹੋਇਆ ਸੀ, ਉਦੋਂ ਨੂੰ ਰਿਪੀਲ ਕਰ ਦਿੱਤਾ ਗਿਆ ਸੀ, ਜਿਹੜਾ ਪਾਰਟ 7 ਹੈ। ਤਾਂ ਜਿਹੜੀਆਂ ਸਾਡੀਆਂ ਸਟੇਟਸ ਨੇ ਉਹਨਾਂ ਨੂੰ ਇੱਕ ਥਾਂ 'ਤੇ ਹੀ ਐਡ ਕਰ ਦਿੱਤਾ ਗਿਆ ਸੀ, ਤਾਂ ਇਹ ਰਿਪੀਲ ਹੋ ਗਿਆ ਸੀ ਜੀ। ਨੈਕਸਟ ਪਾਰਟ 8। ਪਾਰਟ 8 ਸਾਡਾ ਡੀਲ ਕਰਦਾ ਜੀ ਯੂਟੀਜ਼, ਯੂਨੀਅਨ ਟੈਰੀਟਰੀਜ਼ ਦੇ ਨਾਲ। ਆਰਟੀਕਲ 239 to 242, ਠੀਕ ਹੈ ਜੀ। ਸਾਡੇ ਇਸ ਟਾਈਮ ਟੋਟਲ 9 ਯੂਟੀਜ਼ ਨੇ, ਠੀਕ ਹੈ ਜੀ। ਪਹਿਲਾਂ ਕਿੰਨੀਆਂ ਸੀ? 7, ਬਟ ਹੁਣ ਕਿੰਨੀਆਂ ਯੂਟੀਜ਼ ਨੇ? ਸਾਡੇ 9। ਤਾਂ ਯੂਟੀਜ਼ ਦੇ ਨਾਲ ਡੀਲ ਕਰਦਾ ਜੀ ਪਾਰਟ 8। ਪਾਰਟ 9 ਕਿਹਦੇ ਨਾਲ ਡੀਲ ਕਰਦਾ ਜੀ? ਸਾਡੀਆਂ ਪੰਚਾਇਤਸ ਦੇ ਨਾਲ, ਠੀਕ ਹੈ। ਆਰਟੀਕਲ 243 to 243O। ਪਾਰਟ 9 ਇਹ ਡੀਲ ਕਰਦਾ ਮਿਊਨਿਸਪੈਲਿਟੀਜ਼ ਦੇ ਨਾਲ, ਜੋ ਸ਼ਹਿਰਾਂ ਦੇ ਵਿੱਚ ਇੱਕ ਲੋਕਲ ਗਵਰਨੈਂਸ ਚੱਲਦੀ ਹੈ, ਠੀਕ ਹੈ। ਲੋਕਲ ਗਵਰਨਮੈਂਟ ਬਾਡੀਜ਼ ਹੁੰਦੀਆਂ ਨੇ, ਉਹ ਮਿਊਨਿਸਪੈਲਿਟੀਜ਼। ਆਰਟੀਕਲ 243P to ਆਰਟੀਕਲ 243G। ਪਾਰਟ 9B ਇਹ ਨੇ ਜੀ ਕੋਆਪਰੇਟਿਵ ਸੁਸਾਇਟੀਜ਼, ਜੋ ਪਿੰਡ ਪੱਧਰ 'ਤੇ ਕਿਸਾਨਾਂ ਨੂੰ, ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਨੇ ਮੁਹੱਈਆ ਕਰਵਾਉਂਦੀਆਂ ਨੇ, ਠੀਕ ਹੈ। ਤਾਂ ਉਹ ਕੋਆਪਰੇਟਿਵ ਸੁਸਾਇਟੀਜ਼, ਸਹਿਕਾਰਤਾ ਮਹਿਕਮੇ ਨੇ, ਜੋ ਸਹਿਕਾਰਤਾ ਸੁਸਾਇਟੀਜ਼ ਨੇ, ਉਹ ਇਹਦੇ ਨਾਲ ਡੀਲ ਕਰਦਾ ਪਾਰਟ 9B ਆਰਟੀਕਲ 243H to ਆਰਟੀਕਲ 243ZT ਆਫ ਕੌਂਸਟੀਟਿਊਸ਼ਨ, ਇਹਦੇ ਨਾਲ ਡੀਲ ਕਰਦਾ ਹੈ। ਨੈਕਸਟ ਹੈ ਜੀ ਪਾਰਟ 10 ਦਾ ਸ਼ਡਿਊਲਡ ਐਂਡ ਟਰਾਈਬਲ ਏਰੀਆ। ਜਿਹੜਾ ਸਾਡੇ ਸ਼ਡਿਊਲਡ ਤੇ ਟਰਾਈਬਲ ਏਰੀਆਜ਼ ਨੇ ਸਾਡੇ ਕੰਟਰੀ ਦੇ, ਉਹ ਡੀਲ ਕਰਦਾ ਹੈ ਆਰਟੀਕਲ 244 to 244 ਇਹ ਪਾਰਟ 10 ਰਾਹੀਂ। ਪਾਰਟ 11 ਰਿਲੇਸ਼ਨਸ਼ਿਪ ਬਿਟਵੀਨ ਦਾ ਯੂਨੀਅਨ ਐਂਡ ਸਟੇਟਸ। ਯੂਨੀਅਨ ਤੇ ਸਟੇਟਸ ਦਾ ਇੱਕ ਸੰਘੀ ਢਾਂਚਾ ਹੈਗਾ। ਯੂਨੀਅਨ ਸਟੇਟਸ ਦੇ ਵਿੱਚ ਕੁਛ ਨਾ ਕੁਛ ਸਬਜੈਕਟਸ ਦੀ ਡਿਸਟਰੀਬਿਊਸ਼ਨ ਹੋਈ ਵੀ ਹੈ, ਤਾਂ ਉਹਨਾਂ ਦੇ ਰਿਲੇਸ਼ਨਸ਼ਿਪ ਨਾਲ ਡੀਲ ਕਰਦੀ ਹੈ ਪਾਰਟ 11। ਤੇ ਇਹਦੇ ਆਰਟੀਕਲ 245 to 263 ਤੱਕ ਜਾਂਦੇ ਨੇ। ਪਾਰਟ 12 ਇਹ ਹੈ ਜੀ ਫਾਈਨਾਂਸ, ਪ੍ਰੋਪਰਟੀ, ਕੰਟਰੈਕਟ ਐਂਡ ਸੂਟਸ ਨਾਲ ਰਿਲੇਟਡ। ਆਰਟੀਕਲ 264 to 300A। 300A ਸਾਡਾ ਜਿਹੜਾ ਰਾਈਟ ਟੂ ਪ੍ਰੋਪਰਟੀ, ਲੀਗਲ ਰਾਈਟ ਬਣਾ ਦਿੱਤਾ ਗਿਆ ਸੀ, ਉਹ ਇਹਦੇ 'ਚ ਆਉਂਦਾ। ਤਾਂ ਫਾਈਨਾਂਸ ਦਾ ਜੋ ਵੀ ਕੰਮ ਹੈ, ਪ੍ਰੋਪਰਟੀ ਦਾ ਜੋ ਵੀ ਕੰਮ ਹੈ, ਕੰਟਰੈਕਟ, ਸੂਟਸ, ਉਹ ਪਾਰਟ 12 ਦੇ ਵਿੱਚ ਰੱਖਿਆ ਗਿਆ ਹੈ। ਨੈਕਸਟ ਹੈ ਜੀ ਪਾਰਟ 13। ਪਾਰਟ 13 ਹੈ ਜੀ ਟ੍ਰੇਡ ਐਂਡ ਕਾਮਰਸ, ਠੀਕ ਹੈ। ਟ੍ਰੇਡ ਐਂਡ ਕਾਮਰਸ ਦਾ ਅਸੀਂ ਕੰਸੈਪਟ ਲਿਆ ਸੀਗਾ ਆਸਟ੍ਰੇਲੀਆ ਤੋਂ, ਆਸਟ੍ਰੇਲੀਆ ਦੇ ਕੌਂਸਟੀਟਿਊਸ਼ਨ ਤੋਂ, ਤੇ ਇਹਦੇ ਨਾਲ ਆਰਟੀਕਲ ਡੀਲ ਕਰਦਾ 301 to 307। ਪਾਰਟ 4 ਹੈ ਜੀ ਸਰਵਿਸਿਜ਼ ਅੰਡਰ ਦਾ ਯੂਨੀਅਨ ਐਂਡ ਦਾ ਸਟੇਟਸ। ਸਰਵਿਸਿਜ਼ ਕਿਸ ਤਰ੍ਹਾਂ ਦੀਆਂ? ਪਬਲਿਕ ਸਰਵਿਸਿਜ਼, ਜੋ ਵੀ ਆਲ ਇੰਡੀਆ ਸਰਵਿਸਿਜ਼ ਹੋਣਗੀਆਂ, ਸਾਡੇ ਪਬਲਿਕ ਸਰਵੈਂਟਸ ਨੇ, ਠੀਕ ਹੈ। IAS, IPS, IRS, IFS, ਤਾਂ ਉਹ ਸਾਰੇ ਕਿਹੜੇ ਆ? ਜਾਂ ਸਟੇਟ ਦੇ ਜੋ ਵੀ ਨੇਗੇ, PCS ਨੇ, ਠੀਕ ਹੈ। ਉਹ ਸਾਰੇ ਸਰਵਿਸਿਜ਼ ਇਹਦੇ ਅੰਡਰ ਆਉਂਦੀਆਂ ਨੇ ਆਰਟੀਕਲ 308 to 323 ਪਾਰਟ 4 ਦੇ ਰਾਹੀਂ। ਨੈਕਸਟ ਹੈ ਜੀ ਪਾਰਟ 14A ਟ੍ਰਿਬਿਊਨਲਸ। ਟ੍ਰਿਬਿਊਨਲਸ ਜੋ ਗਠਿਤ ਕੀਤੇ ਜਾਂਦੇ ਨੇ ਆਰਟੀਕਲ 323A 323B। ਤਾਂ ਇਹ ਟ੍ਰਿਬਿਊਨਲਸ ਨੇ ਪਾਰਟ 14A 'ਚ ਆਉਂਦੇ ਨੇ ਜੀ। ਨੈਕਸਟ ਹੈ ਜੀ ਪਾਰਟ 15 ਸਾਡੀਆਂ ਜੋ ਇਲੈਕਸ਼ਨਸ ਨੇ ਸੈਂਟਰ ਦੀਆਂ, ਲੋਕ ਸਭਾ ਦੀਆਂ ਜਾਂ ਸਟੇਟ ਲੈਜਿਸਲੇਚਰ ਦੀਆਂ, ਉਹ ਸਾਰੀਆਂ ਜੋ ਕਿਹਦੀ ਕੌਣ ਉਹਨੂੰ ਡੀਲ ਕਰਦਾ ਹੈ, ਕੌਣ ਇੰਸਪੈਕਟ ਕਰਦਾ ਹੈ, ਠੀਕ ਹੈ। ਉਹ ਸਾਰਾ ਇਲੈਕਸ਼ਨਸ ਦਾ ਪ੍ਰੋਸੈਸ ਹੈ। ਆਰਟੀਕਲ 324 to 329A ਉਹ ਇਲੈਕਸ਼ਨਸ ਪਾਰਟ 15 'ਚ ਆਉਂਦੀਆਂ ਨੇ। ਪਾਰਟ 16 ਜੀ ਇਹ ਹੈ ਸਪੈਸ਼ਲ ਪ੍ਰੋਵੀਜ਼ਨਸ ਰਿਲੇਟਿੰਗ ਟੂ ਸਰਟਨ ਕਲਾਸਿਸ। ਹੁਣ ਕੁਛ ਜੋ ਕਲਾਸਿਸ ਨੇ ਉਹਨਾਂ ਲਈ ਸਪੈਸ਼ਲ ਪ੍ਰੋਵੀਜ਼ਨਸ ਰੱਖੀਆਂ ਗਈਆਂ ਨੇ, ਠੀਕ ਹੈ। ਤਾਂ ਉਹ 330 to 342 ਜਾਂ ਉਹ ਸਪੈਸ਼ਲ ਕੋਟਾਜ਼ ਨੇ, ਉਹਨਾਂ ਦੀ ਗੱਲ ਹੋਵੇ ਤਾਂ ਉਹਨਾਂ ਲਈ ਜੋ SC ਨੇ, OBC ਨੇ, BC ਨੇ, ST ਨੇ, ਉਹਨਾਂ ਲਈ ਕੁਛ ਨਾ ਕੁਛ
ਜੋ ਪ੍ਰੋਵੀਜ਼ਨ ਸਪੈਸ਼ਲ ਰੱਖੀਆਂ ਗਈਆਂ ਨੇ ਉਹ ਆਉਂਦੀਆਂ ਨੇ ਜੀ ਪਾਰਟ 16 ਦੇ ਵਿੱਚ। ਨੈਕਸਟ ਹੈ ਜੀ ਪਾਰਟ 17, ਇਹਦੇ ਨਾਲ ਆਰਟੀਕਲ ਡੀਲ ਕਰਦਾ 343 to 351। ਇਹ ਸਾਡੀਆਂ ਓਫੀਸ਼ੀਅਲ ਲੈਂਗੁਏਜਸ ਬਾਰੇ ਆ ਜਾਂਦਾ ਹੈ। ਓਫੀਸ਼ੀਅਲ ਲੈਂਗੁਏਜਸ ਸਾਡੀਆਂ ਕਰੰਟਲੀ ਕਿੰਨੀਆਂ ਨੇ ਜੀ 22। ਠੀਕ ਹੈ, ਅਸੀਂ ਸ਼ਡਿਊਲ ਦੇ ਵਿੱਚ ਵੀ ਡਿਸਕਸ ਕਰਿਆ ਸੀ ਇਹਦੇ ਬਾਰੇ। ਨੈਕਸਟ ਹੈ ਜੀ ਪਾਰਟ 18। ਪਾਰਟ 18 ਆ ਗਿਆ ਜੀ ਐਮਰਜੈਂਸੀ ਪ੍ਰੋਵੀਜ਼ਨਸ। ਸਾਡੇ ਟੋਟਲ 3 ਟਾਈਪਸ ਦੀ ਐਮਰਜੈਂਸੀ ਨੇ, ਨੈਸ਼ਨਲ ਐਮਰਜੈਂਸੀ ਆਰਟੀਕਲ 352, ਸਟੇਟ ਐਮਰਜੈਂਸੀ ਜਾਂ ਪ੍ਰੈਜ਼ੀਡੈਂਟ ਰੂਲ ਆਰਟੀਕਲ 356 ਤੇ ਫਾਈਨੈਂਸ਼ੀਅਲ ਐਮਰਜੈਂਸੀ ਆਰਟੀਕਲ 360। ਤਾਂ ਆਰਟੀਕਲ 352 ਤੋਂ ਲੈ ਕੇ 360 ਸਾਡੀਆਂ ਐਮਰਜੈਂਸੀ ਪ੍ਰੋਵੀਜ਼ਨਸ, ਦੇਸ਼ ਦੇ ਵਿੱਚ ਐਮਰਜੈਂਸੀ ਕਿਸ ਤਰ੍ਹਾਂ ਲਗਾਈ ਜਾਣੀ ਹੈ ਉਹਦੇ ਨਾਲ ਡੀਲ ਕਰਦਾ ਹੈ। ਪਾਰਟ 9 ਮਿਸਲੇਨੀਅਸ ਫੁਟਕਲ ਆ ਜਾਂਦਾ ਜੀ ਇਹਦੇ 'ਚ, ਆਰਟੀਕਲ 353 to 367। ਪਾਰਟ 20 ਪਾਰਟ B ਦੇ ਵਿੱਚ ਅਮੈਂਡਮੈਂਟ, ਆਰਟੀਕਲ 368 ਰਾਹੀਂ ਕੌਂਸਟੀਟਿਊਸ਼ਨ ਨੂੰ ਕਿਸ ਤਰ੍ਹਾਂ ਅਮੈਂਡਮੈਂਟ, ਕੌਂਸਟੀਟਿਊਸ਼ਨ ਨੂੰ ਕਿਸ ਤਰ੍ਹਾਂ ਅਮੈਂਡਮੈਂਟ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਸਿੰਪਲ ਮੈਜੋਰਟੀ ਰਾਹੀਂ ਕੀ ਹੋਏਗਾ, ਸਪੈਸ਼ਲ ਮੈਜੋਰਟੀ ਰਾਹੀਂ ਕੀ ਹੋਏਗਾ। ਤਾਂ ਅਮੈਂਡਮੈਂਟ ਦਾ ਸਟਰਕਚਰ ਹੈ ਜਿਹੜਾ ਪਾਰਟ 20 ਦੇ ਵਿੱਚ ਆ ਜਾਂਦਾ ਹੈ। ਪਾਰਟ 21 ਟੈਂਪਰੇਰੀ ਟ੍ਰਾਂਜੀਸ਼ਨਲ ਐਂਡ ਸਪੈਸ਼ਲ ਪ੍ਰੋਵੀਜ਼ਨਸ, ਇਹ ਆਰਟੀਕਲ 3 ਇੱਥੇ ਲਿਖਣਾ ਰਹਿ ਗਿਆ 369 to 392 ਇਹਦੇ ਨਾਲ ਡੀਲ ਕਰਦੇ ਆ। ਆਰਟੀਕਲ 370 ਜੋ ਜੰਮੂ ਕਸ਼ਮੀਰ ਨੂੰ ਸਪੈਸ਼ਲ ਜੋ ਦਰਜਾ ਦਿੱਤਾ ਗਿਆ ਸੀ ਉਹ ਵੀ ਪਾਰਟ 21 ਰਾਹੀਂ ਹੀ ਦਿੱਤਾ ਗਿਆ ਸੀ। ਤਾਂ ਜਦੋਂ ਕੌਂਸਟੀਟਿਊਸ਼ਨਲ 'ਚ ਅਮੈਂਡਮੈਂਟ ਹੋਈ ਸੀ ਤਾਂ ਇਸ ਪਾਰਟ 'ਚ ਵੀ ਅਮੈਂਡਮੈਂਟ ਕੀਤੀ ਗਈ ਸੀ। ਤਾਂ ਟੈਂਪਰੇਰੀ ਪ੍ਰੋਵੀਜ਼ਨ ਤੇ ਸਪੈਸ਼ਲ ਟ੍ਰਾਂਜੀਸ਼ਨਲ ਪ੍ਰੋਵੀਜ਼ਨ ਆ ਜਾਂਦੀਆਂ ਨੇ ਪਾਰਟ 21 ਦੇ ਵਿੱਚ। ਤਾਂ ਪਾਰਟ 22 ਲਾਸਟ ਪਾਰਟ ਹੈ ਜੀ, ਇਹ ਹੁੰਦਾ ਸ਼ਾਰਟ ਟਾਈਟਲ ਕਮੈਂਸਮੈਂਟ ਆਥੋਰੇਟਿਵ ਟੈਕਸਟ ਇਨ ਦਾ ਹਿੰਦੀ ਐਂਡ ਰਿਪੀਲਸ। ਜੋ ਵੀ ਸਾਰੇ ਸ਼ਾਰਟ ਟਾਈਟਲ ਨੇ, ਜੋ ਬਿਗਿਨਿੰਗ ਨੇ, ਜੋ ਆਥੋਰੇਟਿਵ ਟੈਕਸਟ ਨੇ ਤੇ ਰਿਪੀਲਸ ਨੇ, ਠੀਕ ਹੈ, ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ ਜੀ। ਇਹਦੇ ਨਾਲ ਆਰਟੀਕਲ ਡੀਲ ਕਰਦੇ ਆ 393 to 395। ਠੀਕ ਹੈ, ਅਸੀਂ 22 ਪਾਰਟਸ ਲੈਬੋਰੇਟਰੀ ਮੈਥਡ ਨਾਲ ਡਿਸਕਸ ਕਰੇ ਨੇ। ਹੁਣ ਅਸੀਂ 1 by 1 ਦੇਖ ਲੈਂਦੇ ਹਾਂ ਇਹਨੂੰ ਟ੍ਰਿਕ ਕਿਵੇਂ ਯਾਦ ਕਰਨੀ ਹੈ। ਹੁਣ 22 ਪਾਰਟਸ ਨੇ, ਇਹਨੂੰ ਅਸੀਂ 2 ਭਾਗਾਂ 'ਚ ਡਿਵਾਈਡ ਕਰ ਲੈਂਦੇ ਹਾਂ। ਪਹਿਲਾਂ 1 ਤੋਂ 11 ਪਹਿਲੇ 11 ਪਾਰਟਸ ਨੂੰ ਕਿਵੇਂ ਯਾਦ ਕਰਨਾ ਹੈ, ਇਹਦੇ ਲਈ ਤੁਸੀਂ ਇੱਕ ਟ੍ਰਿਕ ਯਾਦ ਕਰਨੀ ਹੈ। You can fly directly from US using paramilitary special rocket। ਠੀਕ ਹੈ, U ਤੇ ਆ ਗਿਆ ਜੀ ਯੂਨੀਅਨ ਟੈਰੀਟਰੀਜ਼ ਪਹਿਲਾ ਪਾਰਟ। ਕੈਨ ਤੇ ਆ ਗਿਆ C ਤੇ ਸਿਟੀਜ਼ਨਸ਼ਿਪ ਦੂਜਾ ਪਾਰਟ। ਫਲਾਈ F ਤੇ ਆ ਗਿਆ ਜੀ ਤੀਜਾ ਪਾਰਟ ਫੰਡਾਮੈਂਟਲ ਰਾਈਟਸ। ਡਾਇਰੈਕਟਲੀ D ਤੇ ਆ ਗਿਆ ਜੀ ਚੌਥਾ ਪਾਰਟ DPSP। ਫਿਰ ਆ ਗਿਆ ਫਰੋਮ ਤੇ ਆ ਗਿਆ ਜੀ 4th A ਪਾਰਟ ਫੰਡਾਮੈਂਟਲ ਡਿਊਟੀਜ਼। ਫਿਰ ਆ ਗਿਆ ਜੀ U ਤੇ ਆ ਗਿਆ 5th ਪਾਰਟ ਯੂਨੀਅਨ। S ਤੇ ਆ ਗਿਆ ਜੀ 6th ਪਾਰਟ ਸਟੇਟਸ। ਫਿਰ ਯੂਜ਼ਿੰਗ U ਤੇ ਆ ਗਿਆ ਜੀ 8th ਪਾਰਟ UT। ਫਿਰ ਪੈਰਾ ਪੰਚਾਇਤ, ਠੀਕ ਹੈ, P ਤੇ ਆ ਗਿਆ ਪੰਚਾਇਤਸ 9th ਪਾਰਟ ਸਾਡਾ। ਫਿਰ ਮਿਲਟਰੀ ਤੇ M ਤੇ ਆ ਗਿਆ ਜੀ ਮਿਊਨਿਸਪੈਲਿਟੀ ਸਾਡਾ 9th A ਪਾਰਟ। ਫਿਰ ਆ ਗਿਆ ਜੀ ਸਪੈਸ਼ਲ ਤੇ ਆ ਗਿਆ ਸਾਡਾ S ਤੇ ਸਪੈਸ਼ਲ ਜੋ ਸਾਡੀਆਂ ਪ੍ਰੋਵੀਜ਼ਨ ਸੀਗੀਆਂ, ਠੀਕ ਹੈ, ਸ਼ਡਿਊਲਡ ਏਰੀਆਜ਼ ਦੇ ਲਈ, ਉਹ ਆ ਗਿਆ ਪਾਰਟ 10। ਫਿਰ R ਤੇ ਆ ਗਿਆ ਜੀ ਰਿਲੇਸ਼ਨਸ਼ਿਪ ਬਿਟਵੀਨ ਯੂਨੀਅਨ ਐਂਡ ਦਾ ਸਟੇਟ ਪਾਰਟ 11। ਤਾਂ ਪਹਿਲੇ 11 ਪਾਰਟ ਨੂੰ ਇਹ ਟ੍ਰਿਕ ਨਾਲ ਤੁਸੀਂ ਯਾਦ ਕਰ ਲਿਆ। ਹੁਣ ਨੈਕਸਟ ਅਸੀਂ 12 ਤੋਂ ਲੈ ਕੇ 17 ਤੱਕ ਇਹਦੇ ਲਈ ਇੱਕ ਅਲੱਗ ਬਣਾਈ ਹੈ, ਫਰੂਟ ਟੇਸਟ ਸਵੀਟ ਟੂ ਈਟ ਸੋ ਔਨ। ਠੀਕ ਹੈ, ਫਰੂਟ ਦਾ ਮਤਲਬ F ਤੇ ਫਾਈਨਾਂਸ ਪ੍ਰੋਪਰਟੀ ਐਂਡ ਸੂਟਸ, ਠੀਕ ਹੈ, 12th ਪਾਰਟ ਆ ਗਿਆ। ਫਿਰ ਆ ਗਿਆ ਟੇਸਟ, T ਤੇ ਆ ਗਿਆ ਟ੍ਰੇਡ ਐਂਡ ਕਮਰਸ 13 ਪਾਰਟ। ਫਿਰ ਸਵੀਟ S ਤੇ ਆ ਗਿਆ ਸਰਵਿਸਿਜ਼ 14th ਪਾਰਟ। ਫਿਰ T ਤੇ ਆ ਗਿਆ ਟ੍ਰਿਬਿਊਨਲਸ 14 A ਪਾਰਟ। ਫਿਰ ਈਟ E ਤੇ ਆ ਗਿਆ ਜੀ ਇਲੈਕਸ਼ਨਸ 15 ਪਾਰਟ। ਫਿਰ S ਤੇ ਆ ਗਿਆ ਸਪੈਸ਼ਲ ਪ੍ਰੋਵੀਜ਼ਨ ਫॉर ਸਰਟਨ ਕਲਾਸਿਸ, ਜਿਹੜੀ ਆਪਾਂ ਗੱਲ ਕਰੀ ਸੀ ਆਰਟੀਕਲ ਪਾਰਟ 16 ਦੇ ਰਾਹੀਂ। ਫਿਰ ਔਨ O ਤੇ ਆ ਗਿਆ ਜੀ ਓਫੀਸ਼ੀਅਲ ਲੈਂਗੁਏਜਸ ਪਾਰਟ 17। ਤੇ ਹੁਣ ਅਸੀਂ ਲਾਸਟ ਵਾਲੇ ਜੋ 4 ਨੇਗੇ 18 19 20 21 22 5 ਸੌਰੀ, ਉਹ ਅਸੀਂ ਉਹਦੇ ਲਈ ਇੱਕ ਅਲੱਗ ਤੋਂ ਟ੍ਰਿਕ ਬਣਾਈ ਆ। ਉਹ ਹੈ ਜੀ ਈਟ ਮੈਗੀ ਐਜ਼ ਟੇਸਟੀ ਸਨੈਕ। ਈਟ ਹੈਗਾ ਜੀ ਐਮਰਜੈਂਸੀ ਲਈ 18 ਜੋ ਸਾਡਾ ਪਾਰਟ ਹੈ। ਮੈਗੀ ਮਿਸਲੇਨੀਅਸ ਫੁਟਕਲ ਲਈ 19ਵਾਂ ਪਾਰਟ। ਅਮੈਂਡਮੈਂਟ ਐਜ਼ A ਤੇ ਆ ਗਿਆ ਜੀ ਅਮੈਂਡਮੈਂਟ 20ਵਾਂ ਪਾਰਟ। ਫਿਰ ਟੇਸਟੀ T ਤੇ ਆ ਗਿਆ ਜੀ ਟੈਂਪਰੇਰੀ ਟ੍ਰਾਂਜੀਸ਼ਨਲ ਐਂਡ ਸਪੈਸ਼ਲ ਪ੍ਰੋਵੀਜ਼ਨਸ 21ਵਾਂ ਪਾਰਟ। ਤੇ ਸਨੈਕ ਲਾਸਟ S ਤੇ ਆ ਗਿਆ ਸ਼ਾਰਟ ਟਾਈਟਲ ਕਮੈਂਸਮੈਂਟ ਰਿਪੀਲਸ 22nd ਪਾਰਟ। ਤਾਂ ਤੁਸੀਂ ਇਹ ਤਿੰਨੋਂ ਟ੍ਰਿਕਸ ਦੇ ਨਾਲ ਇਹ ਯਾਦ ਕਰ ਸਕਦੇ ਹੋ। ਪਹਿਲਾਂ ਅਸੀਂ ਸ਼ਡਿਊਲਸ ਦੀਆਂ ਵੀ ਟ੍ਰਿਕਸ ਕਰੀਆਂ, ਇੱਕੋ ਟ੍ਰਿਕ ਸੀ ਉਹ ਕਰੀ ਸੀ। ਤਾਂ ਹੁਣ ਤੁਸੀਂ ਇਹ 22 ਪਾਰਟਸ ਵੀ ਈਜ਼ੀਲੀ ਯਾਦ ਕਰ ਸਕਦੇ ਹੋ ਤੇ ਲੈਬੋਰੇਟਰੀ ਵੀ ਦੇਖ ਸਕਦੇ ਹੋ। ਥੈਂਕ ਯੂ ਫॉर ਵਾਚਿੰਗ। ਤੁਸੀਂ
UPSC PPSC ਜਾਂ ਸਟੇਟ ਗਵਰਨਮੈਂਟ ਕਿਸੇ ਵੀ ਕੋਈ ਐਗਜ਼ਾਮ ਲਾਈਕ ਹੁਣ ਜੋ ਪ੍ਰਿੰਸੀਪਲ ਦਾ ਹੋਣਾ ਹੈ, ਡਿਪਟੀ DO ਦਾ ਹੋ ਰਿਹਾ ਹੈ, ਜਾਂ ਮਾਸਟਰ ਕੇਡਰ ਦੇ ਐਗਜ਼ਾਮ ਹੋ ਰਿਹਾ, ਤੁਸੀਂ ਵੀ ਕਿਸੇ ਲਈ ਪ੍ਰੈਪਰੇਸ਼ਨ ਕਰ ਰਹੇ ਹੋ ਜਾਂ ਅੱਗੇ ਪਟਵਾਰੀ ਲਈ ਪ੍ਰੈਪਰੇਸ਼ਨ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਬਹੁਤ ਬੈਨੀਫੀਸ਼ੀਅਲ ਹੋਣ ਵਾਲੀਆਂ ਨੇ ਵੀਡੀਓਜ਼। ਤਾਂ ਸਾਡੇ ਚੈਨਲਸ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਹੈ। ਅਤੇ ਹੋਰ ਵੀਡੀਓਜ਼ ਲਈ ਕੀਪ ਇਨ ਟੱਚ, ਸਟੇ ਟਿਊਨਡ। ਥੈਂਕ ਯੂ ਵੈਰੀ ਮੱਚ।